10वीं क्लास ਦੇ ਬਹੁਤ ਹੀ ਪਿਆਰੇ ਬੱਚਿਓ, ਆਪਾਂ ਸਾਇੰਸ ਵਿਸ਼ੇ ਦਾ ਚੌਥਾ ਪਾਠ ਜਿਸ ਦਾ ਨਾਮ ਹੈ ਕਾਰਬਨ ਅਤੇ ਇਸ ਦੇ ਯੋਗਿਕ, ਉਸ ਪਾਠ ਬਾਰੇ ਆਪਾਂ ਗਿਆਨ ਹਾਸਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਮੈਨੂੰ ਉਮੀਦ ਹੈ ਤੁਸੀਂ ਜਿਹੜੇ 2 ਲੈਕਚਰ ਇਸ ਪਾਠ ਦੇ ਬਣਾਏ ਹੋਏ ਆ ਉਹਨਾਂ ਨੂੰ ਧਿਆਨ ਨਾਲ ਸੁਣ ਲਿਆ ਹੋਵੇਗਾ। ਜੇ ਤੁਸੀਂ ਉਹ ਲੈਕਚਰ ਧਿਆਨ ਨਾਲ ਨਹੀਂ ਸੁਣੇ ਤਾਂ ਇੱਕ ਵਾਰੀ ਉਹਨਾਂ ਨੂੰ ਦੁਬਾਰਾ ਜ਼ਰੂਰ ਸੁਣ ਲਓ, ਕਿਉਂਕਿ ਜੇ ਤੁਸੀਂ ਇਸ ਹਿੱਸੇ ਨੂੰ ਸਮਝਣਾ ਹੈ ਤਾਂ ਪਿਛਲੇ 2 ਲੈਕਚਰਾਂ ਦੀ ਪੂਰੀ ਤੁਹਾਨੂੰ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਤਾਂ ਆਪਾਂ ਅਸੰਤ੍ਰਿਪਤ ਹਾਈਡਰੋਕਾਰਬਨਾਂ ਬਾਰੇ ਗਿਆਨ ਹਾਸਲ ਕਰਾਂਗੇ। ਪਿਛਲੇ ਲੈਕਚਰ ਵਿੱਚ ਤੁਹਾਨੂੰ ਸੰਤ੍ਰਿਪਤ ਹਾਈਡਰੋਕਾਰਬਨਾਂ ਬਾਰੇ ਸਮਝਾਇਆ ਸੀ ਅਤੇ ਜਿਸ ਵਿੱਚ ਤੁਸੀਂ ਜਾਣਿਆ ਸੀ ਕਿ ਜਿੰਨੇ ਵੀ ਪਰਮਾਣੂ ਹੁੰਦੇ ਆ ਉਹਨਾਂ ਦੇ ਵਿੱਚ ਇਕਹਿਰਾ ਬੰਧਨ ਹੁੰਦਾ ਹੈ, ਸਹਿ ਸੰਯੋਜੀ ਬੰਧਨ। ਤਾਂ ਸੰਤ੍ਰਿਪਤ ਹਾਈਡਰੋਕਾਰਬਨ ਜਿਹੜੇ ਆਪਾਂ ਪੜ੍ਹੇ ਸੀ, ਹਾਈਡਰੋਕਾਰਬਨ ਜਿਨ੍ਹਾਂ ਵਿੱਚ ਕਾਰਬਨ ਅਤੇ ਹਾਈਡਰੋਜਨ ਹੀ ਹੁੰਦੇ ਹਨ ਯੋਗਿਕ ਦੇ ਵਿੱਚ। ਤਾਂ ਅਸੰਤ੍ਰਿਪਤ ਹਾਈਡਰੋਕਾਰਬਨ ਇਹਨਾਂ ਦੀ ਪਹਿਚਾਣ ਇਹ ਹੈ ਕਿ ਇਹਨਾਂ ਵਿੱਚ ਦੂਹਰਾ ਸਹਿ ਸੰਯੋਜੀ ਬੰਧਨ ਹੁੰਦਾ ਹੈ ਅਤੇ ਇਸ ਦਾ ਜਿਹੜੀ ਇਸ ਦੀ ਸਮਝਾਤੀ ਲੜੀ ਦਾ ਸਮੂਹ ਹੈ ਉਸ ਨੂੰ ਕਿਹੜੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ? ਅਲਕੀਨਸ ਦੀ ਸ਼੍ਰੇਣੀ ਵਿੱਚ। ਤਾਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਉਸ ਬਾਰੇ ਗਿਆਨ ਹੋਰ ਦੇਵਾਂਗੇ ਆਪਾਂ। ਅਲਕੀਨਸ ਦੇ ਵਿੱਚ ਤਾਂ ਆਪਾਂ ਜਾਣਾਂਗੇ ਅਲਕੀਨ ਇਸ ਦਾ ਜਿਹੜਾ ਸਧਾਰਨ ਸੂਤਰ ਹੈ ਜਾਂ ਜਨਰਲ ਫਾਰਮੂਲਾ, ਜਿਵੇਂ ਆਪਾਂ ਇਸ ਤੋਂ ਪਹਿਲਾਂ ਸੰਤ੍ਰਿਪਤ ਹਾਈਡਰੋਕਾਰਬਨਾਂ ਦਾ ਦੇਖਿਆ ਸੀ, ਇਹਦਾ ਜਨਰਲ ਫਾਰਮੂਲਾ ਹੈਗਾ, ਸਧਾਰਨ ਸੂਤਰ ਹੈਗਾ CnH2n। ਤਾਂ ਹੁਣ ਆਪਾਂ ਦੇਖਾਂਗੇ ਇਸ ਦੀ ਸਮਝਾਤੀ ਲੜੀ ਦੇ ਮੈਂਬਰ ਕਿਹੜੇ ਕਿਹੜੇ ਆ। ਤਾਂ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਇਹਨਾਂ ਵਿੱਚ ਪਿਛੇਤਰ ਜਿਹੜਾ ਹੈ ਉਹ ਈਨ ਹੋਵੇਗਾ। ਜਿਵੇਂ ਤੁਸੀਂ ਸੰਤ੍ਰਿਪਤ ਹਾਈਡਰੋਕਾਰਬਨ ਦੇ ਵਿੱਚ ਦੇਖਿਆ ਸੀ, ਅਲਕੇਨਸ ਦੇ ਵਿੱਚ ਜਿਹੜਾ ਪਿਛੇਤਰ ਸੀਗਾ ਏਨ ਸੀਗਾ। ਅਗੇਤਰ ਇਹਦੇ ਵਿੱਚ ਉਹੀ ਹੋਣਗੇ ਜਿਹੜੇ ਆਪਾਂ ਅਲਕੇਨ ਦੇ ਵਿੱਚ ਜਾਣੇ ਆ। ਕਹਿਣ ਤੋਂ ਭਾਵ ਜੇ ਕਾਰਬਨ 1 ਸੀ ਤਾਂ ਮੀਥ, ਕਾਰਬਨ 2 ਤਾਂ ਈਥ, ਕਾਰਬਨ 3 ਤਾਂ ਪ੍ਰੋਪ, ਕਾਰਬਨ ਜੀ ਜੇ 4 ਆ ਉਹਨਾਂ ਦੀ ਸੰਖਿਆ ਤਾਂ ਬਿਊਟ, ਕਾਰਬਨ ਦੀ ਜੇ ਸੰਖਿਆ 5 ਹੈ ਤਾਂ ਉਹ ਪੈਂਟ ਹੈ, ਅਤੇ ਜੇ ਕਾਰਬਨ ਦੀ ਸੰਖਿਆ 6 ਹੈ ਤਾਂ ਉਹ ਹੈਕਸ ਹੈ। ਤਾਂ ਹੁਣ ਆਪਾਂ ਇਸ ਦੀ ਜਿਹੜੀ ਸਮਝਾਤੀ ਲੜੀ ਹੈ ਉਸ ਦੇ ਮੈਂਬਰਾਂ ਨੂੰ ਦੇਖਾਂਗੇ, ਉਹਨਾਂ ਕਿਹੜੇ ਕਿਹੜੇ ਮੈਂਬਰ ਹੈਗੇ ਆ। ਤਾਂ ਜਿਵੇਂ ਤੁਸੀਂ ਜੇ ਕਾਰਬਨ 1 ਹੈ ਤਾਂ ਉਹਦੇ ਬਾਰੇ ਜਾਣੋਗੇ ਕਿ ਇਹਦਾ ਪਹਿਲਾ ਮੈਂਬਰ ਕਿਹੜਾ ਹੋਵੇਗਾ। ਹੁਣ ਸਭ ਤੋਂ ਪਹਿਲਾਂ ਆਪਾਂ ਮੀਥ ਤੋਂ ਹੀ ਲੈ ਕੇ ਚੱਲਦੇ ਹਾਂ। ਜੇ ਕਾਰਬਨ 1 ਹੈ ਤਾਂ ਜਨਰਲ ਫਾਰਮੂਲਾ ਸੀਗਾ CnH2n। ਤਾਂ ਇਹਦਾ ਭਾਵ ਹੈ ਜੇ n ਦੀ ਜਗ੍ਹਾ ਆਪਾਂ 1 ਲਗਾਈਏ ਅਤੇ H ਦੇ ਆਪਾਂ ਪੈਰ ਦੇ ਵਿੱਚ 2 × 1 ਬਰਾਬਰ 2 ਹੋ ਜਾਏਗਾ। ਤਾਂ ਇਹਦਾ ਫਾਰਮੂਲਾ CH2। ਇਹ ਜਿਹੜਾ ਫਾਰਮੂਲਾ ਹੈ ਇਹ ਸਹੀ ਨਹੀਂ ਹੈ। ਇਹ ਇਸ ਅਸੰਤ੍ਰਿਪਤ ਹਾਈਡਰੋਕਾਰਬਨ ਦੀ ਸ਼੍ਰੇਣੀ ਨੂੰ ਉਸਦੇ ਪਹਿਲੇ ਮੈਂਬਰ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ। ਉਹ ਵੀ ਜਾਣਾਂਗੇ ਕਿਉਂ ਨਹੀਂ ਲਾਗੂ ਹੁੰਦਾ। ਦੇਖੋ, ਕਾਰਬਨ ਦੀ ਸੰਯੋਜਕਤਾ ਕਿੰਨੀ ਸੀਗੀ? 4। ਇਸ ਦਾ ਭਾਵ ਹੈ ਵੀ ਇਹ ਆਪਣੇ ਬਾਹਰ ਕੋਈ 4 ਪਰਮਾਣੂ ਲਗਾ ਸਕਦਾ ਹੈ। ਪਰ ਜੇ ਆਪਾਂ ਇਸ ਦੀ ਬਣਤਰ ਦੇਖੀਏ, ਜਿਹੜਾ ਮੀਥੀਨ ਹੈ, ਹਾਲਾਂਕਿ ਇਹ ਪਰਮਾਣੂ ਹੋਂਦ ਵਿੱਚ ਨਹੀਂ, ਇਹ ਯੋਗਿਕ ਜਿਹੜਾ ਹੋਂਦ ਵਿੱਚ ਨਹੀਂ ਹੈਗਾ, ਪਰ ਆਪਾਂ ਜਾਣਾਂਗੇ ਵੀ ਇਹਦਾ ਪਹਿਲਾ ਮੈਂਬਰ ਉਹ ਕਿਉਂ ਨਹੀਂ ਹੋ ਸਕਦਾ। ਦੇਖੋ, ਫਾਰਮੂਲਾ ਤੁਹਾਨੂੰ ਦੱਸਿਆ CH2। ਤਾਂ ਹੁਣ ਇਹਦੇ ਵਿੱਚ ਦੂਹਰਾ ਬੰਧਨ ਹੋਣਾ ਚਾਹੀਦਾ ਹੈ, ਕਿਉਂਕਿ ਅਲਕੀਨਸ ਜਿਹੜੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਦੂਹਰਾ ਬੰਧਨ ਹੁੰਦਾ ਹੈ। ਸਪੋਜ਼ ਆਪਾਂ ਦੂਹਰਾ ਬੰਧਨ ਲਗਾ ਲਿਆ, ਦੂਹਰਾ ਬੰਧਨ ਲਗਾ ਕੇ ਇੱਧਰ ਆਪਾਂ H ਲਗਾ ਨਹੀਂ ਸਕਦੇ। ਜੇ ਆਪਾਂ ਮੰਨ ਲਓ 2 ਪਾਸੇ H ਲਗਾ ਲਏ
ਤਾਂ ਇੱਥੇ ਕੀ ਲੱਗੇਗਾ? ਕੁਛ ਵੀ ਨਹੀਂ ਹੋਵੇਗਾ ਕਿਉਂਕਿ ਫਾਰਮੂਲਾ CH2 ਹੈ। ਤਾਂ ਇਸ ਕਰਕੇ ਅਲਕੀਨਸ ਦੀ ਸਮਝਾਤੀ ਲੜੀ ਦਾ ਪਹਿਲਾ ਮੈਂਬਰ ਜਿਹੜਾ ਹੈ ਉਹ ਮੀਥੀਨ ਨਹੀਂ ਹੋ ਸਕਦਾ, ਸੰਭਵ ਹੀ ਨਹੀਂ। ਤਾਂ ਆਪਾਂ ਜਾਣਾਂਗੇ ਫਿਰ ਇਹਦਾ ਪਹਿਲਾ ਮੈਂਬਰ ਕਿਹੜਾ ਹੋਵੇਗਾ। ਸੰਯੋਜਕਤਾ ਨੂੰ ਮਿਥੀਨ ਨੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਉਸਦੀ। ਤਾਂ ਹੁਣ ਆਪਾਂ ਦੇਖਾਂਗੇ ਜਿਸ ਵਿੱਚ ਕਾਰਬਨ ਕਿੰਨੇ ਆਪਾਂ 2 ਮੰਨ ਕੇ ਚੱਲਾਂਗੇ, ਭਾਵ N ਜਿਹੜਾ ਹੈਗਾ ਉਹ ਕਿੰਨਾ ਹੈ 2। ਤਾਂ N 2 ਹੋਇਆ। ਆਪਣਾ ਸਧਾਰਨ ਸੂਤਰ ਸੀਗਾ CnH2n। ਤਾਂ ਇਹਦਾ ਭਾਵ C2H ਕਿੰਨਾ ਹੋਇਆ 2 ਗੁਣਾ 2। ਕਹਿਣ ਤੋਂ ਭਾਵ C2H4। ਹੁਣ ਆਪਾਂ ਜਾਣਾਂਗੇ ਇਹ ਕਿਵੇਂ ਇਹਦੀ ਬਣਤਰ ਬਣੇਗੀ। ਆਪਾਂ ਇਲੈਕਟ੍ਰੋਨ ਡਾਟ ਬਣਤਰਾਂ ਵੀ ਦੇਖੀਆਂ ਸੀ ਤੇ ਆਮ ਬਣਤਰਾਂ ਵੀ ਦੇਖੀਆਂ ਸੀ। ਤਾਂ ਆਪਾਂ ਇੱਥੇ ਉਹ ਬਣਤਰ ਬਣਾ ਕੇ ਦੇਖਾਂਗੇ C2H4 ਵੀ ਇਹ ਉਸ ਸਮਝਾਤੀ ਲੜੀ ਦਾ ਪਹਿਲਾ ਮੈਂਬਰ ਬਣਨ ਦੇ ਲਈ ਯੋਗ ਹੈ ਕਿ ਨਹੀਂ। ਤਾਂ C2 ਕਾਰਬਨ ਤੇ ਕਾਰਬਨ ਦੇ ਵਿੱਚ ਆਪਸ ਵਿੱਚ ਦੂਰਾ ਬੰਧਨ ਹੋਵੇਗਾ। H ਕਿੰਨੇ ਹੈ 4। ਇੱਕ H ਇੱਥੇ ਲੱਗਿਆ, ਇੱਕ H ਇੱਥੇ ਲੱਗਿਆ, ਇਸੇ ਤਰ੍ਹਾਂ ਇੱਕ H ਇੱਥੇ ਲੱਗ ਗਿਆ ਤੇ ਇੱਕ H ਇੱਥੇ ਲੱਗ ਗਿਆ। ਤਾਂ ਹੁਣ ਇਸ ਕਾਰਬਨ ਦੀ ਸੰਯੋਜਕਤਾ 4 ਪੂਰੀ ਹੁੰਦੀ ਹੈ ਕਿ ਨਹੀਂ ਉਹ ਦੇਖੀਏ। ਦੇਖਦੇ ਹਾਂ। ਆਹ ਪਹਿਲਾ ਮੈਂਬਰ ਹੈ, ਆਹ ਦੂਸਰਾ, ਆਹ ਤੀਸਰਾ ਤੇ ਆਹ ਚੌਥਾ। ਇਸੇ ਤਰ੍ਹਾਂ ਆਹ ਪਹਿਲਾ ਬੰਧਨ ਹੈ, ਆਹ ਦੂਜਾ ਬੰਧਨ ਹੈ, ਆਹ ਤੀਜਾ ਬੰਧਨ ਹੈ ਤੇ ਆਹ ਚੌਥਾ। ਬਿਲਕੁਲ ਸਹੀ। ਤਾਂ ਇੱਥੇ ਉਸਦੀ ਸੰਯੋਜਕਤਾ ਜਿਹੜੀ ਆ ਪੂਰੀ ਹੋ ਜਾਂਦੀ ਹੈ। ਤਾਂ ਇਸ ਕਰਕੇ ਜਿਹੜਾ ਅਲਕੀਨਸ ਦੀ ਸ਼੍ਰੇਣੀ ਦਾ ਪਹਿਲਾ ਮੈਂਬਰ ਹੋਵੇਗਾ ਉਹ ਬਣਨ ਦੇ ਯੋਗ ਹੈ ਕੌਣ? ਈਥੀਨ, ਜਿਸ ਦਾ ਫਾਰਮੂਲਾ ਹੈ C2H4। ਹੁਣ ਇਸ ਵਿੱਚ ਇੱਕ ਗੱਲ ਹੋਰ ਨੋਟ ਕਰੋ ਕਿ ਜੇ ਕਾਰਬਨ ਦੀ ਸੰਖਿਆ ਜਿੰਨੀ ਹੈ ਹਾਈਡਰੋਜਨ ਦੀ ਸੰਖਿਆ ਉਸ ਤੋਂ ਦੁੱਗਣੀ ਹੋਵੇਗੀ। ਬਸ ਇਹ ਸਿੰਪਲ ਜਿਹਾ ਫੰਡਾ ਹੈ ਅਲਕੀਨਸ ਦੀ ਸਮਝਾਤੀ ਲੜੀ ਦੇ ਇਕੱਲੇ ਇਕੱਲੇ ਮੈਂਬਰ ਨੂੰ ਲਿਖਣ ਦਾ। ਤਾਂ ਹੁਣ ਇਥੀਨ ਦੇਖਿਆ, ਇਹਦਾ ਮਤਲਬ ਤੀਸਰਾ ਮੈਂਬਰ ਜੇ ਹੋਊਗਾ C3 ਤਾਂ H ਕਿੰਨੇ ਹੋਣਗੇ 3 ਦੂਣੀ 6। ਤਾਂ ਇਸ ਮੈਂਬਰ ਦਾ ਨਾਮ ਕੀ ਹੈ? ਜਦੋਂ ਕਾਰਬਨ 3 ਸੀ, ਤੁਸੀਂ ਅਗੇਤਰ ਯਾਦ ਕੀਤੇ ਸੀਗੇ ਪਿਛਲੇ ਲੈਕਚਰ 'ਚੋਂ, ਤਾਂ ਇਸ ਦਾ ਨਾਮ ਹੈ ਪ੍ਰੋਪੀਨ। ਪ੍ਰੋਪੀਨ ਕਿਵੇਂ ਬਣਿਆ? ਇਸ ਦੇ ਪਿੱਛੇ ਈਨ ਪਿਛੇਤਰ ਲੱਗਿਆ ਤੇ ਪ੍ਰੋਪ ਜਿਹੜਾ ਹੈ ਉਹ ਅਗੇਤਰ ਲੱਗਿਆ। ਇਹ ਤੀਸਰਾ ਮੈਂਬਰ ਹੋ ਗਿਆ। ਚੌਥਾ ਮੈਂਬਰ ਇਸ ਵਿੱਚ ਕਿਹੜਾ ਹੋਵੇਗਾ ਅਗਲਾ? ਹੁਣ ਭਾਵ C4 H ਕਿੰਨੇ ਹੋਣਗੇ? ਹਾਂ ਬਿਲਕੁਲ ਸਹੀ ਤੁਸੀਂ ਬੋਲ ਰਹੇ ਹੋ, 4 ਦੂਣੀ 8। ਤਾਂ ਇਸ ਦਾ ਨਾਮ ਹੋਵੇਗਾ ਬਿਊਟੀਨ। ਕਿਉਂਕਿ ਆਪਾਂ ਅਲਕੀਨ ਦੀ ਹੈ ਤਾਂ ਈਨ ਪਿਛੇਤਰ ਹੋਇਆ, ਬਿਊਟ ਅਗੇਤਰ ਹੋਇਆ। ਅਗਲਾ ਇਸ ਦਾ ਮੈਂਬਰ ਹੈ C5 ਤੇ H ਕਿੰਨੇ ਹੋਏ 10। ਇਸ ਦਾ ਨਾਮ ਹੋ ਗਿਆ ਪੈਂਟੀਨ। ਠੀਕ ਹੈ ਜੀ। ਤਾਂ ਇਸ ਤੋਂ ਨੈਕਸਟ ਜਿਹੜਾ ਮੈਂਬਰ ਆਵੇਗਾ ਇਸ ਦਾ, ਉਸ ਦਾ ਫਾਰਮੂਲਾ ਹੈ C6 H ਕਿੰਨੇ ਹੋਏ 6 ਦੂਣੀ 12। ਤਾਂ ਇਸ ਦਾ ਨਾਮ ਹੋਵੇਗਾ, ਜਦੋਂ C6 ਹੁੰਦੇ ਆ ਤਾਂ ਆਪਾਂ ਹੈਕਸ ਲਗਾਉਂਦੇ ਹਾਂ ਤੇ ਨਾਲ ਇਹਦੇ ਲਗਾਵਾਂਗੇ ਈਨ, ਤਾਂ ਇਹ ਬਣਿਆ ਹੈਕਸੀਨ। ਤਾਂ ਇਸ ਤਰ੍ਹਾਂ ਆਪਾਂ ਜਿਹੜੀ ਹਾਈਡਰੋਕਾਰਬਨਾਂ ਦੀ ਅਸੰਤ੍ਰਿਪਤ ਹਾਈਡਰੋਕਾਰਬਨਾਂ ਦਾ ਜਿਹੜਾ ਪਹਿਲਾ ਸਮੂਹ ਹੈ ਜਿਸ ਦਾ ਨਾਮ ਅਲਕੀਨ ਹੈ ਉਹਦੇ ਬਾਰੇ ਆਪਾਂ ਸਾਰਾ ਕੁਝ ਜਾਣਿਆ। ਹੁਣ ਆਪਾਂ ਇਸ ਤੋਂ ਬਾਅਦ 'ਚ ਅਗਲੇ ਮੈਂਬਰ ਦੀ ਗੱਲ ਕਰਾਂਗੇ ਜਿਸ ਮੈਂਬਰ ਦਾ ਆਪਣੇ ਕੋਲੇ ਨਾਮ ਹੈਗਾ। ਤਾਂ ਆਹ ਉਹਨਾਂ ਦੀਆਂ ਬਣਤਰਾਂ
हाँ तीसरा जिहड़ा मैंबर है इत्थे लिखिया अल्कीनेज है, इसका नाम है पहला अल्केन, दूजा अल्कीन, तीसरा होवेगा अल्काइन। तो अल्काइन बारे आपां जाणांगे। हुण अल्काइन जिहड़े हुंदे आ, जिहड़े कि असंतृप्त हाइड्रोकार्बन का दूसरा समूह है, अल्काइन दे विच तीरा सह संयोजी बंधन हुंदा है, हमेशा ही याद रखना है। तो उन्हां दे नाम काहदे नाल खत्म हुंदे आ? आइन दे नाल। उन्हां दे पिछेतर लगदा आइन। अगेतर तुहानूं पहलां ही दस्से होए आ। हुण इहदे च भी पहला मैंबर जिहड़ा मिथ वाला नहीं होवेगा, ठीक है, वो भी आपां देखांगे करके, तुहानूं पता लगेगा कि किवें है। हुण सारे उस तरह आपां फेर करदे हां दुबारा। तो हुण जिहड़ा अपना समूह है असंतृप्त हाइड्रोकार्बनां दा जिहड़ा दूसरा समूह है, उसका नाम है अल्काइन्स। तो अल्काइन्स जिहड़े हैगे आ, इन्हां दा सधारण सूत्र की है? CnH2n -2। हुण एक गल नोट करो, जिहड़ा आपां सब तो पहला कीता सी अल्केन, उसका फार्मूला सी CnH2n+2। फिर आपां दूसरा कीता अल्कीन, जिसका फार्मूला सी CnH2n। उस तो अगला आ गया अल्काइन, जिसका फार्मूला है जिहड़ा CnH2n -2। कहण तो भाव पहले मैंबर तो दो हाइड्रोजना घट रही सारियां विच, अगलियां विच। जे अल्कीन कोले हाइड्रोजना 6 सी एक मैंबर च, अल्केन कोले, तो अल्कीन कोले 6 की जगह 4 होणगियां, ते अल्काइन दे कोले उस 4 की जगह 2 होणगियां। हालांकि खब्बे पासे वाला जिहड़ा उसका हैगा कार्बन की संख्या बराबर रहेगी तिन्नां दे विच। जे आपां मन लो कि C1 लिया, तो पहले मैंबर विच हाइड्रोजना 4 है, दूसरे मैंबर दे विच C1 लिया तो दूसरे अल्कीन्स की श्रेणी में हाइड्रोजना 2 है, तो तीसरे विच जे कार्बन 1 लिया तो हाइड्रोजना 2 होर घट जाणियां, भाव 0 हो जाणियां। तो कारण ये इत्थों तुहानूं एक गल स्पष्ट हो रही है कि अल्कीन्स ते अल्काइन्स दे विच जिहड़ा पहला मैंबर है वो मिथ वाला नहीं होवेगा, पहला मैंबर ईथ वाला होवेगा। तो हुण आपां इस नूं जाणांगे भी इसदा आपां सधारण सूत्र देख लिया, इसका पिछेतर की होवेगा, क्योंकि इस विच तुसीं ध्यान नाल इसकी धुनी सुनो, अल्काइन्स। तो इहदा भाव इहदा जिहड़ा पिछेतर होवेगा वो होवेगा आइन। इसका पिछेतर होवेगा आइन। हुण इस दे सारे मैंबरां बारे आपां जाणांगे किहड़े किहड़े आ। इस दे विच जिहड़ा पहला मैंबर है वो मिथाइन नहीं हो सकता। जे आपां फार्मूला देखिए तो फार्मूले दे विच है कि CnH2n -2। सपोज कर लो आपां कार्बन 1 लिया, H कितना होया? 2 गुणा 1 2 -2 0, तो हाइड्रोजन 0 हुई। तो ये तो संपूर्ण हो ही नहीं सकता किसी तरीके भी। जे कार्बन 1 तो हाइड्रोजना 4, तो पहला मैंबर ये नहीं हो सकता गा। तो पहला मैंबर इन्हां दा किहड़ा होवेगा? जे इस फार्मूले नूं लागू करते हैं, कहण तो भाव C2 H किन्ने होए? 2 दूनी 4 -2 2, तो C2H2। हुण इहदे विच कार्बना 2 है, इस करके इहदा अगेतर जिहड़ा हैगा वो ईथ होवेगा। तो हुण आपां इहदी स्ट्रक्चर भी बना के देखते हैं। इसका नाम की बनिया? इथाइन। जिहड़ा आह वाला आपां पढ़िया इसका नाम होया इथाइन। हुण आपां जाणांगे इसका जिहड़ा पहला मैंबर है उहदी बनतर किवें बनेगी। आपां गल कर रहे हैं इथाइन दी। इथाइन की बनतर किवें बनेगी? हुण कार्बन ते कार्बन दे विच आपस विच तीरा बंधन होवेगा। देखो हाइड्रोकार्बनां दे विच जे गहरा दूरा या तीरा बंधन बन रहा ना, तो कार्बन ते कार्बन दे विच ही बनेगा, कदे भी वो कार्बन ते हाइड्रोजन दे विच नहीं बनेगा, क्योंकि हाइड्रोजन सिर्फ एक बंधन नूं ही टॉलरेट कर सकता है, एक हाइड्रोजन केवल एक नूं। तां हुण इहदे विच कार्बन कार्बन च तीरा बंधन हो गया,
तो हाइड्रोजना किनियां लगणगियां 2 गुणा 2 माइनस 2 4 माइनस 2 बराबर 2। तो इस विच हाइड्रोजन एक हाइड्रोजन तो होगी अपनी इत्थे होगी, एक हाइड्रोजन इत्थे होगी। तो ध्यान नाल देखो कि ये फार्मूला संयोजकता नूं पूरा कर रहा, बिल्कुल कर रहा। जो एक कार्बन के दुआले बंधन आ होया, दूसरा आ होया, तीसरा आ होया ते चौथा आ बंधन होया। इस तरह इधरले पासे तो कार्बन ने अपनी संयोजकता पूरी कर ली, चाहे वह आ कार्बन होवे ते चाहे आ वाला कार्बन होवे। तो कहने तो भाव है जिहड़ा पहला मैंबर इसका होवेगा अल्काइनस की समझाती लड़ी का पहला मैंबर, उसका नाम होवेगा इथाइन ते उसका फार्मूला है C2H2। अगला मैंबर की होवेगा फार्मूले च ध्यान नाल देखो, एन नूं देखना तुसी। हाँ कार्बन जे 3 होए तो हाइड्रोजन किन्ने होए 2 गुणा 3 6 माइनस 2 4। तो अगले का फार्मूला होया C3H4। हुण इत्थों एक गल होर नोट करो कि कार्बन के दुगने चों 2 घटाए जा रहे हैं जो उन्ने हाइड्रोजन च लगणगे। जिवें कार्बन का 3 है तो हाइड्रोजन का 4 है, 3 दूनी 6 माइनस 2 बराबर 4। तो कार्बन 3 तो हाइड्रोजन 4। आपां तां इसकी अगेतर ते पिछेतर तो जोड़ के इसका नामकरण करना है। अगेतर होवेगा कार्बन 3 है प्रोप, तो पिछेतर होवेगा आइन। कहने तो भाव इसका नाम है प्रोपाइन। हुण आपां इसके अगले मैंबर की गल करांगे। इस तो अगला मैंबर जे कार्बन 4 होए, कार्बन 4 तो हाइड्रोजन कितने होणगे 4 दूनी 8 माइनस 2 बराबर 6। तो इसका नाम की है ब्यूटाइन। इसका नाम है ब्यूटाइन। समझ आ गया जी। हुण इस तो अगला कार्बन 5, हाइड्रोजन कितने होए 5 दूनी 10 माइनस 2 8। इसका नाम होया, इसका नाम की होएगा जी, बिल्कुल सही पेंटाइन। ते जे कार्बन अपने कोले 6 होण, हाइड्रोजन है 6 दूनी 12 माइनस 2 10। तो उसका नाम होवेगा, क्योंकि कार्बन 6 है तो अगेतर हो गया हेक्स, तो पिछेतर हो गया आइन। इसका नाम है हेक्साइन। तो मैनूं उम्मीद है कि तुसी इसका नामकरण जिहड़ा हैगा हाइड्रोकार्बना की समझाती लड़ी के जिन्ने भी मैंबर है, चाहे वो अल्केन का, चाहे वो अल्काइन का, चाहे वो अल्कीन का, चाहे वो अल्काइन का होवे, तुसी उस बारे चंगी तरह समझ लिया होवेगा। तो इस दे विच तुहानूं बनतरां दिखाईयां होईयां इथाइन प्रोपाइन दोनों दियां। अगे आपां गल करांगे समअंगता दी। हुण किसी एक यौगिक दे बहुत सारे रूप हो सकते हैं। तो समअंगता की है, इक्को ही अणु फार्मूले वाले पर वख-वख संरचनात्मक फार्मूले वाले कार्बन मिश्रण नूं समअंगक कहा जाता है। उदाहरण के तौर पर ब्यूटेन के 2 समअंग दिखाए आपां नूं, एक सधारण ब्यूटेन है, एक आइसोब्यूटेन है। इस तरह पेंटेन के तुहानूं समअंगक दिखाए है, एक आम पेंटेन है, एक आइसोपेंटेन है, तो एक नीओपेंटेन है। हुण इन्हां दी तुहानूं बनतर भी समझाउणा है कि ये किवें बनी बनतर जिहड़ी है। ये पेंटेन की स्ट्रक्चर तो ही आपां गल करांगे। तो पहला मैं सिंपली तुहानूं समझा रहा कि ये चेन्स किवें बनदियां। इस तो पहला आपां हालांकि पढ़ चुके हैं। हुण कार्बन की लड़ी है, लड़ीबद्धता किसी भी रूप में हो सकती है।
चाहे वो इस तरह की लड़ीबद्धता होवे, चाहे वो इस तरह की लड़ीबद्धता होवे, बिल्कुल समझ आ रही ना। आ बिल्कुल सीधी चेन है, आह ब्रांच्ड चेन है, उसकी मतलब अगां एक होर टाणी बन गई। तो जिवें आम टाणी देखते हैं, टाणियां तो तने तो अगां टाणियां निकलदियां, बिल्कुल उस तरह आह। तो एक इसकी होर तीजा रूप हो सकता है, वो जिहड़ा तीसरा रूप है वो जिवें सर्कुलर हुंदा है। आ एक जिहड़ी इसदी हैगी है गोल चेन बन गई, रिंगड ब्रांच, गोलाकार लड़ी। ठीक है, बिल्कुल इस तरह ਆਪਾਂ सब तो पहला ब्यूटेन के सामंगक देखांगे किहड़े किहड़े हैं। जिवें ਆਪਾਂ ਪਹਿਲਾਂ देखा उस दे विच साधारण ब्यूटेन है, उसकी एक बनतरता है, दूसरी बनतर उसकी आइसोब्यूटेन है। देखो पहली बनतरता आ है ब्यूटेन की, ये साधारण ब्यूटेन है। आज जिथे मैं खाली थावां छड्डियां हुई इत्थे हाइड्रोजन मान लो, तो ये साधारण ब्यूटेन की बनतर है। आइसोब्यूटेन की बनतर किहो जी होवेगी? आइसोब्यूटेन दे विच कार्बन जे तीन इस तरह जुड़ जान तो चौथा कल्ला ही अलग रह जे। आइसो का मतलब है एक, तो इस एक दे अड होने तो इस ब्यूटेन का नाम आइसोब्यूटेन रखा गया। तो बाकी इस दे आ बंधन बन जाएंगे, तो आइसोब्यूटेन होया। हुण आम ब्यूटेन का जिहड़ा फार्मूला है उहदे हिसाब नाल आपां देखीए भी ब्यूटेन का फार्मूला बनूगा C4H10। तो की इस दे दोले 10 हाइड्रोजन लगियां हुई आपां देखांगे, एक इत्थे आ, दूजी हाइड्रोजन इत्थे, तीजी इत्थे, चौथी इत्थे, पंजवीं इत्थे, छेवीं इत्थे, सत्तवीं इत्थे, अठवीं इत्थे, नौवीं इत्थे होवेगी तो 10वीं इत्थे होवेगी। तो 10 दियां 10 ब्यूटेन जड़ियाँ 10 दियां 10 हाइड्रोजन इहदे विच फॉलो हो गई। हुण आ जिहड़ा कल्ला कार्बन अलग होने करके इस ब्यूटेन का नाम की है, इसके सामंगक का आइसो, इसका नाम होएगा आइसोब्यूटेन। तो इस विच तुसी सामंगता बारे जानिया। तो बिल्कुल इस तरह आ 3 सामंगक जिहड़े है पेंटेन दे दिखाए है, एक सधारण पेंटेन है, एक आइसो पेंटेन है, तो एक नीओ पेंटेन है। हुण नीओ पेंटेन किहड़ा बन जाता है जिहदे विच सेंटर वाले कार्बन के उपर ते थल्ले दोने पासे कार्बन लगे होण, खब्बे सज्जे तो हैगे ही आ उसदे। तो इस तरह का जिहड़ा एक मतलब कार्बन की जिहड़ी वैलेंसी आ उहदे विच उहदे चारे पासे कार्बन है, तो बाकी जिन्नी जगह ते हाइड्रोजन है, तो उसनूं नीओ पेंटेन आपां कहने आ। तो अज दे लैक्चर विच केवल इन्ना ही, बाकी दीयां गल्लां अगले लैक्चर विच। धन्नवाद।